ਹੈਲੋ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅੱਜ ਮੈਂ ਲੈ ਕੇ ਆਈ ਹਾਂ ਪੰਜਾਬੀ ਵਿਆਕਰਨ ਦਾ ਇੱਕ ਨਵਾਂ ਵਿਸ਼ਾ ਪੜ੍ਹਨਾਂਵ। ਪੜ੍ਹਨਾਂਵ ਕੀ ਹੁੰਦਾ ਹੈ, ਪੜ੍ਹਨਾਂਵ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ, ਇਸ ਬਾਰੇ ਅੱਜ ਚਰਚਾ ਕਰਾਂਗੇ। ਉਦੇਸ਼: ਵਿਦਿਆਰਥੀ ਪੜ੍ਹਨਾਂਵ ਦੀ ਪਰਿਭਾਸ਼ਾ ਦੱਸ ਸਕਣਗੇ। ਵਿਦਿਆਰਥੀ ਪੜ੍ਹਨਾਂਵ ਦੀਆਂ ਕਿਸਮਾਂ ਦੱਸਣ ਦੇ ਯੋਗ ਹੋ ਜਾਣਗੇ। ਪੜ੍ਹਨਾਂਵ ਦੀ ਪਰਿਭਾਸ਼ਾ: ਪੜ੍ਹਨਾਂਵ ਉਹ ਸ਼ਬਦ ਜਿਹੜੇ ਕਿ ਨਾਂਵ ਦੀ ਥਾਂ 'ਤੇ ਵਰਤੇ ਜਾਂਦੇ ਹਨ, ਉਹਨਾਂ ਨੂੰ ਪੜ੍ਹਨਾਂਵ ਕਿਹਾ ਜਾਂਦਾ ਹੈ। ਜਿਵੇਂ ਮੈਂ, ਅਸੀਂ, ਉਹ, ਉਹਨਾਂ, ਤੁਸੀਂ, ਤੁਹਾਨੂੰ ਆਦਿ। ਜਿਸ ਤਰ੍ਹਾਂ ਕਿ ਆਪਾਂ ਇੱਕ ਪੈਰਾ ਲਿਖਦੇ ਹਾਂ। ਰਾਮ 14 ਸਾਲ ਦਾ ਲੜਕਾ ਹੈ। ਰਾਮ 8ਵੀਂ ਜਮਾਤ ਵਿੱਚ ਪੜ੍ਹਦਾ ਹੈ। ਰਾਮ ਦੇ ਪਿਤਾ ਜੀ ਡਾਕਟਰ ਹਨ। ਰਾਮ ਦੇ ਮਾਤਾ ਜੀ ਅਧਿਆਪਕ ਹਨ। ਆਪਾਂ ਹਰ ਲਾਈਨ ਦੇ ਅੱਗੇ ਰਾਮ 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 ਲਗਾ ਰਹੇ ਹਾਂ। ਜਿਹੜਾ ਆਪਾਂ ਹਰ ਲਾਈਨ ਦੇ ਅੱਗੇ ਰਾਮ 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 ਲਗਾ ਰਹੇ ਹਾਂ, ਇਹ ਕਿ ਪੜ੍ਹਨ ਨੂੰ ਸਹੀ ਨਹੀਂ ਲੱਗਦਾ। ਆਪਾਂ ਇਸ ਲਈ ਰਾਮ ਦੀ ਜਗ੍ਹਾ 'ਤੇ ਲਗਾਵਾਂਗੇ ਉਹ। ਰਾਮ 14 ਸਾਲ ਦਾ ਲੜਕਾ ਹੈ। ਇੱਕ ਵਾਰ ਰਾਮ ਦਾ ਨਾਮ ਲਵਾਂਗੇ ਅੱਗੇ, ਉਸ ਤੋਂ ਬਾਅਦ ਲਿਖਾਂਗੇ ਉਹ 8ਵੀਂ ਜਮਾਤ ਵਿੱਚ ਪੜ੍ਹਦਾ ਹੈ। ਉਸ ਦੇ ਮਾਤਾ ਜੀ ਅਧਿਆਪਕ ਹਨ। ਉਸ ਦੇ ਪਿਤਾ ਜੀ ਡਾਕਟਰ ਹਨ। ਇਸ ਤਰ੍ਹਾਂ ਆਪਾਂ ਉਹ ਪੈਰਾ ਲਿਖਾਂਗੇ। ਜਿਹੜਾ ਰਾਮ ਦੀ ਥਾਂ 'ਤੇ ਉਹ ਸ਼ਬਦ ਵਰਤਿਆ ਗਿਆ ਆ, ਉਸ ਨੂੰ ਕਹਾਂਗੇ ਪੜ੍ਹਨਾਂਵ, ਕਿਉਂਕਿ ਜਿਹੜਾ ਰਾਮ ਸ਼ਬਦ ਆ ਉਹ ਇੱਕ ਨਾਮ ਹੈ। ਨਾਮ ਦੀ ਥਾਂ 'ਤੇ ਵਰਤਿਆ ਜਾਣ ਵਾਲਾ ਸ਼ਬਦ ਉਹ ਕੀ ਹੈ? ਪੜ੍ਹਨਾਂਵ। ਜਾਂ ਉਹ ਕੀ ਹੈ? ਪੜ੍ਹਨਾਂਵ। ਪੜ੍ਹਨਾਂਵ ਦੇ 6 ਭੇਦ ਹੁੰਦੇ ਹਨ। ਪੜ੍ਹਨਾਂਵ 6 ਪ੍ਰਕਾਰ ਦਾ ਹੁੰਦਾ ਹੈ। ਪਹਿਲਾ ਪੁਰਖਵਾਚਕ ਪੜ੍ਹਨਾਂਵ, ਦੂਸਰਾ ਨਿੱਜਵਾਚਕ ਪੜ੍ਹਨਾਂਵ, ਤੀਸਰਾ ਸੰਬੰਧਵਾਚਕ ਪੜ੍ਹਨਾਂਵ, ਚੌਥਾ ਪ੍ਰਸ਼ਨਵਾਚਕ ਪੜ੍ਹਨਾਂਵ, ਪੰਜਵਾਂ ਨਿਸ਼ਚੈਵਾਚਕ ਪੜ੍ਹਨਾਂਵ ਐਂਡ ਛੇਵਾਂ ਅਨਿਸ਼ਚਿਤਵਾਚਕ ਪੜ੍ਹਨਾਂਵ। ਪਹਿਲਾ ਪੁਰਖਵਾਚਕ ਪੜ੍ਹਨਾਂਵ। ਪੁਰਖਵਾਚਕ ਪੜ੍ਹਨਾਂਵ ਜਿਹੜੇ ਪੜ੍ਹਨਾਂਵ ਕੇਵਲ ਪੁਰਖਾਂ ਦੇ ਨਾਮ ਦੀ ਥਾਂ ਵਰਤੇ ਜਾਂਦੇ ਹਨ, ਉਹਨਾਂ ਨੂੰ ਪੁਰਖਵਾਚਕ ਪੜ੍ਹਨਾਂਵ ਆਖਦੇ ਹਨ। ਜਿਵੇਂ ਅਸੀਂ, ਤੁਸੀਂ, ਮੈਂ, ਉਹ ਆਦਿ। ਪੁਰਖ: ਗੱਲਬਾਤ ਕਰਨ ਦੇ ਆਧਾਰ 'ਤੇ ਪੁਰਖ 3 ਪ੍ਰਕਾਰ ਦੇ ਹੁੰਦੇ ਹਨ, ਇਸ ਲਈ ਪੁਰਖਵਾਚਕ ਪੜ੍ਹਨਾਂਵ ਵੀ 3 ਪ੍ਰਕਾਰ ਦੇ ਹੁੰਦੇ ਹਨ। ਪਹਿਲਾ ਉੱਤਮ ਪੁਰਖ: ਗੱਲ ਕਰਨ ਵਾਲੇ ਨੂੰ ਉੱਤਮ ਪੁਰਖ ਮੰਨਿਆ ਜਾਂਦਾ ਹੈ। ਜਿਵੇਂ ਮੈਂ, ਅਸੀਂ, ਸਾਨੂੰ, ਮੇਰੇ ਆਦਿ ਉੱਤਮ ਪੁਰਖਵਾਚਕ ਪੜ੍ਹਨਾਂਵ ਹਨ। ਦੂਸਰਾ ਮੱਧਮ ਪੁਰਖ: ਜਿਸ ਪੁਰਖ ਨਾਲ ਗੱਲ ਕੀਤੀ ਜਾਵੇ ਉਸ ਨੂੰ ਮੱਧਮ ਪੁਰਖ ਕਹਿੰਦੇ ਹਨ। ਜਿਵੇਂ ਤੂੰ, ਤੁਸੀਂ ਆਦਿ ਮੱਧਮ ਪੁਰਖਵਾਚਕ ਪੜ੍ਹਨਾਂਵ ਹਨ। ਅਨਯ ਪੁਰਖ: ਜਿਸ ਪੁਰਖ ਬਾਰੇ ਗੱਲ ਕੀਤੀ ਜਾਵੇ ਉਸ ਨੂੰ ਅਨਯ ਪੁਰਖ ਜਾਂ ਤੀਜਾ ਪੁਰਖ ਮੰਨਿਆ ਜਾਂਦਾ ਹੈ। ਜਿਵੇਂ ਉਹ, ਉਹਨਾਂ, ਅਣਮਤੀਏ ਆਦਿ। ਇਸ ਵਿੱਚ ਉਦਾਹਰਨ ਦੇ ਤੌਰ 'ਤੇ ਜਿਸ ਤਰ੍ਹਾਂ ਕਿ ਆਪਾਂ ਗਾਵਾਂਗੇ, ਰਾਮ ਨੇ ਮੈਨੂੰ ਕਿਹਾ ਕਿ ਤੁਸੀਂ ਬਹੁਤ ਹੀ ਚੰਗੇ ਇਨਸਾਨ ਹੋ। ਆਪਾਂ ਇਹ ਗੱਲ ਕਿਸ ਨਾਲ ਕਰ ਰਹੇ ਹਾਂ? ਆਪਣੇ ਮਾਤਾ ਜੀ ਨਾਲ ਕਰ ਰਹੇ ਹਾਂ। ਆਪਾਂ ਆਪਣੇ ਮਾਤਾ ਜੀ ਨੂੰ ਕਹਾਂਗੇ ਕਿ ਰਾਮ ਨੇ ਮੈਨੂੰ ਕਿਹਾ ਕਿ ਤੁਸੀਂ ਬਹੁਤ ਚੰਗੇ ਇਨਸਾਨ ਹੋ। ਰਾਮ ਨੇ ਕਿਸ ਬਾਰੇ ਗੱਲ ਕੀਤੀ? ਮਾਤਾ ਜੀ ਬਾਰੇ। ਐਂਡ ਮੈਂ ਕਿਸ ਨਾਲ ਗੱਲ ਕਰ ਰਹੀ ਹਾਂ? ਆਪਣੇ ਮਾਤਾ ਜੀ ਦੇ ਨਾਲ। ਮੈਂ ਆਪਣੇ ਮਾਤਾ ਜੀ ਨਾਲ ਗੱਲ ਕਰ ਰਹੀ ਹਾਂ ਰਾਮ ਬਾਰੇ। ਇਸ ਵਿੱਚ ਮੈਂ ਕੀ ਹੋਵਾਂਗੀ? ਉੱਤਮ ਪੁਰਖ। ਮੇਰੇ ਮਾਤਾ ਜੀ ਕੀ ਹੋਣਗੇ? ਮੱਧਮ ਪੁਰਖ। ਅਤੇ ਰਾਮ ਕੀ ਹੋਵੇਗਾ? ਅਨਯ ਪੁਰਖ, ਤੀਜਾ ਆਦਮੀ ਜਿਸ ਬਾਰੇ ਗੱਲ ਕਰ ਰਹੇ ਹਾਂ। ਨਿੱਜਵਾਚਕ ਪੜ੍ਹਨਾਂਵ। ਨਿੱਜਵਾਚਕ ਪੜ੍ਹਨਾਂਵ ਗੱਲਬਾਤ ਵਿੱਚ ਗੱਲ ਕਰਨ ਵਾਲੇ ਦੀ ਥਾਂ 'ਤੇ ਵਰਤਿਆ ਜਾਣ ਵਾਲਾ ਪੜ੍ਹਨਾਂਵ। ਜਿਹੜਾ ਗੱਲ ਕਰਨ ਵਾਲੇ ਨੂੰ ਵਿਸ਼ੇਸ਼ਤਾ ਪ੍ਰਦਾਨ ਕਰੇ ਉਸ ਨੂੰ ਨਿੱਜਵਾਚਕ ਪੜ੍ਹਨਾਂਵ ਕਹਿੰਦੇ ਹਨ। ਜਿਵੇਂ ਮੈਂ ਆਪ ਉਸ ਨੂੰ ਛੱਡ ਆਵਾਂਗਾ। ਇਸ ਵਾਕ ਵਿੱਚ ਆਪ ਨਿੱਜਵਾਚਕ ਪੜ੍ਹਨਾਂਵ ਹੈ। ਜਿਵੇਂ ਕਿ ਇਸ ਵਿੱਚ ਕਿਹਾ ਗਿਆ ਹੈ, ਮੈਂ ਆਪ ਉਸ ਨੂੰ ਛੱਡ ਆਵਾਂਗਾ। ਮੈਂ ਦੇ ਨਾਲ ਆਪ ਲਗਾਇਆ। ਇਹ ਸ਼ਬਦ ਕੀ ਆ? ਉਸ ਨੂੰ ਵਿਸ਼ੇਸ਼ਤਾ ਪ੍ਰਦਾਨ ਕਰ ਰਿਹਾ ਆ। ਇਸ ਲਈ ਇਹ ਕੀ ਹੈ? ਨਿੱਜਵਾਚਕ ਪੜ੍ਹਨਾਂਵ। ਤੀਸਰਾ ਹੈ ਸੰਬੰਧਵਾਚਕ ਪੜ੍ਹਨਾਂਵ। ਸੰਬੰਧਵਾਚਕ ਪੜ੍ਹਨਾਂਵ ਜਿਹੜੇ ਸ਼ਬਦ ਪੜ੍ਹਨਾਂਵ ਹੋਣ ਦੇ ਨਾਲ ਨਾਲ ਯੋਜਕ ਵਾਂਗ ਇੱਕ ਵਾਕ ਨੂੰ ਦੂਜੇ ਵਾਕ ਨਾਲ ਜੋੜਨ, ਉਹਨਾਂ ਨੂੰ ਸੰਬੰਧਵਾਚਕ ਪੜ੍ਹਨਾਂਵ ਕਹਿੰਦੇ ਹਨ। ਜਿਵੇਂ ਜਿਹੜਾ ਸਰੀਰਕ ਕੰਮ ਕਰੇਗਾ ਉਸ ਨੂੰ ਭੁੱਖ ਵੀ ਚੰਗੀ ਲੱਗੇਗੀ ਵਿੱਚ ਸ਼ਬਦ ਜਿਹੜਾ ਸੰਬੰਧਵਾਚਕ ਪੜ੍ਹਨਾਂਵ ਹੈ। ਇਸ ਵਿੱਚ ਜਿਵੇਂ ਕਿ ਜਿਹੜਾ ਸ਼ਬਦ ਹੈ ਉਹ ਇਹਨਾਂ ਦੋਨਾਂ ਵਾਕਾਂ ਨੂੰ ਜੋੜ ਰਿਹਾ ਹੈ। ਜੇਕਰ ਆਪਾਂ ਜਿਹੜੇ ਤੋਂ ਬਿਨਾਂ ਵਾਕ ਪੜ੍ਹਾਂਗੇ, ਸਰੀਰਕ ਕੰਮ ਕਰੇਗਾ ਉਸ ਨੂੰ ਭੁੱਖ ਵੀ ਚੰਗੀ ਲੱਗੇਗੀ, ਇਹਨਾਂ ਦੋਨਾਂ ਵਾਕਾਂ ਦਾ ਕੋਈ ਮਤਲਬ ਨਹੀਂ ਨਿਕਲ ਰਿਹਾ, ਇਹਨਾਂ ਦਾ ਕੋਈ ਮਤਲਬ ਨਹੀਂ ਬਣ ਰਿਹਾ। ਇਹ ਆਪਾਂ ਨੂੰ ਲੱਗ ਨਹੀਂ ਰਿਹਾ ਕਿ ਇੱਕੋ ਵਾਕ ਹੈ ਇਹ। ਜੇਕਰ ਆਪਾਂ ਇਹਨਾਂ ਦੇ ਅੱਗੇ ਜਿਹੜਾ ਲਗਾਵਾਂਗੇ ਤਾਂ ਉਹ ਵਾਕ ਦਾ ਮਤਲਬ ਬਣੇਗਾ। ਉਹ ਵਾਕ ਆਪਾਂ ਨੂੰ ਇੱਕ ਵਾਕ ਲੱਗੇਗਾ।
ਜਿਹੜਾ ਸਰੀਰਕ ਕੰਮ ਕਰੇਗਾ ਉਸ ਨੂੰ ਭੁੱਖ ਵੀ ਚੰਗੀ ਲੱਗੇਗੀ। ਇਹ ਕੀ ਲੱਗ ਰਿਹਾ? ਇੱਕ ਵਾਕ। ਅਤੇ ਜਿਹੜਾ ਸ਼ਬਦ ਹੈ ਇਸ ਵਿੱਚ ਕੀ ਕਰ ਰਿਹਾ? ਯੋਜਕ ਦਾ ਕੰਮ ਕਰ ਰਿਹਾ ਆ। ਇਸ ਲਈ ਇਸ ਨੂੰ ਕੀ ਕਹਿੰਦੇ ਹਨ? ਸੰਬੰਧਵਾਚਕ ਪੜ੍ਹਨਾਂਵ। ਇਹ ਜਿਹੜਾ ਸ਼ਬਦ ਦੋ ਵਾਕਾਂ ਨੂੰ ਆਪਸ ਵਿੱਚ ਜੋੜ ਰਿਹਾ ਹੈ। ਚੌਥਾ ਹੈ ਪ੍ਰਸ਼ਨਵਾਚਕ ਪੜ੍ਹਨਾਂਵ। ਪ੍ਰਸ਼ਨਵਾਚਕ ਪੜ੍ਹਨਾਂਵ ਜਿਹੜੇ ਸ਼ਬਦ ਪੜ੍ਹਨਾਂਵ ਹੋਣ ਦੇ ਨਾਲ ਨਾਲ ਪ੍ਰਸ਼ਨ ਲਈ ਵਰਤੇ ਜਾਣ ਉਹਨਾਂ ਨੂੰ ਪ੍ਰਸ਼ਨਵਾਚਕ ਪੜ੍ਹਨਾਂਵ ਆਖਦੇ ਹਨ। ਜਿਵੇਂ ਕੌਣ ਰੌਲਾ ਪਾ ਰਿਹਾ ਹੈ, ਜਾਂ ਕੌਣ ਚਾਹੁੰਦਾ ਹੈ ਕਿ ਮੈਂ ਕਿਸੇ ਦੇ ਅਧੀਨ ਹੋਵਾਂ, ਜਾਂ ਇਹ ਜੁੱਤੀ ਕਿਸ ਦੀ ਹੈ। ਇਹਨਾਂ ਵਾਕਾਂ ਵਿੱਚ ਕੌਣ ਅਤੇ ਕਿਸ ਦੀ ਪ੍ਰਸ਼ਨਵਾਚਕ ਪੜ੍ਹਨਾਂਵ ਹਨ। ਜਿਵੇਂ ਕਿ ਇਸ ਵਿੱਚ ਪੁੱਛਿਆ ਗਿਆ ਹੈ ਕਿ ਕੌਣ ਰੌਲਾ ਪਾ ਰਿਹਾ ਹੈ। ਇਸ ਵਿੱਚ ਇਹ ਨਹੀਂ ਪੁੱਛਿਆ ਗਿਆ ਕਿ ਰਮਨ ਤੂੰ ਰੌਲਾ ਪਾ ਰਿਹਾ ਹੈ ਜਾਂ ਸ਼ਾਮ ਰੌਲਾ ਪਾ ਰਿਹਾ ਹੈ। ਇਸ ਵਿੱਚ ਪੁੱਛਿਆ ਗਿਆ ਹੈ ਉਹਨਾਂ ਨਾਮ ਦੀ ਥਾਂ 'ਤੇ ਕੌਣ ਰੌਲਾ ਪਾ ਰਿਹਾ ਹੈ। ਇਸ ਲਈ ਜਿਹੜਾ ਉਹਨਾਂ ਸ਼ਬਦਾਂ ਦੀ ਥਾਂ 'ਤੇ ਸ਼ਬਦ ਵਰਤਿਆ ਗਿਆ ਆ, ਉਹਨਾਂ ਨਾਵਾਂ ਦੀ ਥਾਂ 'ਤੇ ਸ਼ਬਦ ਵਰਤਿਆ ਗਿਆ ਆ, ਉਸ ਨੂੰ ਕੀ ਕਹਿੰਦੇ ਹਨ? ਪੜ੍ਹਨਾਂਵ। ਅਤੇ ਉਹ ਪੜ੍ਹਨਾਂਵ ਜਿਹੜਾ ਕੀ ਹੈ? ਇਹ ਪ੍ਰਸ਼ਨਵਾਚਕ ਪੜ੍ਹਨਾਂਵ ਹੈ। ਇਸ ਲਈ ਇਸ ਵਿੱਚ ਪੁੱਛਿਆ ਗਿਆ ਹੈ ਕੌਣ ਰੌਲਾ ਪਾ ਰਿਹਾ ਹੈ, ਕੌਣ ਚਾਹੁੰਦਾ ਹੈ ਕਿ ਮੈਂ ਕਿਸੇ ਦੇ ਅਧੀਨ ਹੋਵਾਂ। ਇਸ ਵਿੱਚ ਕਿਸੇ ਦਾ ਨਾਮ ਨਹੀਂ ਲਿਆ ਗਿਆ, ਉਸ ਨਾਮ ਦੀ ਥਾਂ 'ਤੇ ਪੜ੍ਹਨਾਂਵ ਵਰਤਿਆ ਗਿਆ ਆ, ਜਿਹੜਾ ਕਿ ਪੜ੍ਹਨਾਂਵ ਪ੍ਰਸ਼ਨਵਾਚਕ ਦੇ ਤੌਰ 'ਤੇ ਵਰਤਿਆ ਗਿਆ ਆ। ਇਸ ਲਈ ਇਸ ਨੂੰ ਕੀ ਕਹਿੰਦੇ ਹਾਂ ਆਪਾਂ? ਪ੍ਰਸ਼ਨਵਾਚਕ ਪੜ੍ਹਨਾਂਵ। ਨਿਸ਼ਚੈਵਾਚਕ ਪੜ੍ਹਨਾਂਵ। ਨਿਸ਼ਚੈਵਾਚਕ ਪੜ੍ਹਨਾਂਵ ਜਿਹੜੇ ਪੜ੍ਹਨਾਂਵ ਦੂਰ ਜਾਂ ਨੇੜੇ ਦੀਆਂ ਚੀਜ਼ਾਂ ਵੱਲ ਸੰਕੇਤ ਕਰਨ ਅਤੇ ਉਹਨਾਂ ਚੀਜ਼ਾਂ ਦੀ ਥਾਂ ਪੜ੍ਹਨਾਂਵ ਦੇ ਰੂਪ ਵਿੱਚ ਵਰਤੇ ਜਾਣ, ਉਹਨਾਂ ਨੂੰ ਨਿਸ਼ਚੈਵਾਚਕ ਪੜ੍ਹਨਾਂਵ ਆਖਦੇ ਹਨ। ਜਿਵੇਂ ਉਹ ਡਿੱਗ ਪਿਆ ਹੈ, ਇਹ ਸੜਕ ਬਹੁਤ ਚੰਗੀ ਹੈ। ਇਹਨਾਂ ਵਾਕਾਂ ਵਿੱਚ ਸ਼ਬਦ ਉਹ ਅਤੇ ਇਹ ਨਿਸ਼ਚੈਵਾਚਕ ਪੜ੍ਹਨਾਂਵ ਹਨ। ਜਿਵੇਂ ਉਹ ਡਿੱਗ ਪਿਆ ਹੈ, ਆਪਾਂ ਇਸ ਵਿੱਚ ਨਿਸ਼ਚਿਤ ਤੌਰ 'ਤੇ ਦੱਸ ਰਹੇ ਹਾਂ ਕਿਸੇ ਨੂੰ ਕਿ ਉਹ ਡਿੱਗ ਪਿਆ ਹੈ। ਆਪਾਂ ਇਹ ਨਹੀਂ ਕਹਿ ਰਹੇ ਕਿ ਕੋਈ ਡਿੱਗ ਪਿਆ ਹੈ, ਆਪਾਂ ਇਸ ਵਿੱਚ ਕਹਿ ਰਹੇ ਹਾਂ ਉਹ ਡਿੱਗ ਪਿਆ ਹੈ। ਆਪਾਂ ਨਿਸ਼ਚਿਤ ਤੌਰ 'ਤੇ ਉਸ ਚੀਜ਼ ਵੱਲ ਇਸ਼ਾਰਾ ਕਰ ਰਹੇ ਹਾਂ, ਉਸ ਨੂੰ ਸੰਕੇਤ ਦੇ ਰਹੇ ਹਾਂ ਕਿ ਉਹ ਡਿੱਗ ਪਿਆ ਹੈ। ਇਸ ਵਿੱਚ ਉਹ ਡਿੱਗ ਪਿਆ ਹੈ, ਆਪਾਂ ਉਸ ਆਦਮੀ ਦਾ ਨਾਮ ਨਹੀਂ ਲੈ ਰਹੇ। ਜੇਕਰ ਆਪਾਂ ਉਸ ਆਦਮੀ ਦਾ ਉੱਥੇ ਨਾਮ ਲਵਾਂਗੇ ਉਹ ਕੀ ਬਣੇਗਾ? ਨਾਂਵ। ਆਪਾਂ ਇਸ ਥਾਂ 'ਤੇ ਉਸ ਦੇ ਨਾਮ ਦੀ ਥਾਂ 'ਤੇ ਵਰਤ ਰਹੇ ਹਾਂ ਉਹ ਡਿੱਗ ਪਿਆ ਹੈ। ਉਹ ਸ਼ਬਦ ਕੀ ਹੈ? ਪੜ੍ਹਨਾਂਵ। ਇਸ ਲਈ ਇਹ ਕੀ ਹੈ? ਨਿਸ਼ਚੈਵਾਚਕ ਪੜ੍ਹਨਾਂਵ। ਇਹ ਸੜਕ ਬਹੁਤ ਚੰਗੀ ਹੈ, ਆਪਾਂ ਇਹ ਬੋਲ ਰਹੇ ਹਾਂ, ਇਸ ਵਿੱਚ ਸੰਕੇਤ ਕਰ ਰਹੇ ਹਾਂ ਕਿ ਇਹ ਵਾਲੀ ਸੜਕ, ਕੋਈ ਹੋਰ ਸੜਕ ਨਹੀਂ, ਸਿਰਫ ਇਹ ਵਾਲੀ ਸੜਕ ਬਹੁਤ ਚੰਗੀ ਹੈ। ਇਸ ਲਈ ਇਹ ਸ਼ਬਦ ਕੀ ਹੈ? ਪੜ੍ਹਨਾਂਵ। ਇਹ ਕੀ ਹੈ? ਨਿਸ਼ਚੈਵਾਚਕ ਪੜ੍ਹਨਾਂਵ। ਅਨਿਸ਼ਚਿਤਵਾਚਕ ਪੜ੍ਹਨਾਂਵ। ਅਨਿਸ਼ਚਿਤ ਪੜ੍ਹਨਾਂਵ ਉਹ ਪੜ੍ਹਨਾਂਵ ਜਿਹੜਾ ਕਿਸੇ ਵਸਤੂ ਦਾ ਅਨੁਮਾਨ ਤਾਂ ਪ੍ਰਗਟ ਕਰੇ ਪਰੰਤੂ ਉਸ ਦੀ ਗਿਣਤੀ ਨਾ ਦੱਸੇ, ਉਸ ਨੂੰ ਅਨਿਸ਼ਚਿਤ ਪੜ੍ਹਨਾਂਵ ਆਖਦੇ ਹਨ। ਜਿਵੇਂ ਕਈ ਲੋਕ ਬੈਂਕ ਵੱਲ ਜਾ ਰਹੇ ਸਨ ਅਤੇ ਕਈ ਆ ਰਹੇ ਸਨ। ਇਸ ਵਿੱਚ ਕੀ ਦੱਸਿਆ ਗਿਆ ਹੈ ਕਿ ਕਈ ਲੋਕ ਬੈਂਕ ਵੱਲ ਜਾ ਰਹੇ ਸਨ ਅਤੇ ਕਈ ਲੋਕ ਬੈਂਕ ਵੱਲੋਂ ਵਾਪਸ ਆ ਰਹੇ ਸਨ। ਇਸ ਵਿੱਚ ਆਪਾਂ ਨੂੰ ਇਹ ਨਹੀਂ ਦੱਸਿਆ ਗਿਆ ਕਿ ਕਿੰਨੇ ਲੋਕ ਬੈਂਕ ਵੱਲ ਜਾ ਰਹੇ ਸਨ ਜਾਂ ਕਿੰਨੇ ਲੋਕ ਬੈਂਕ ਤੋਂ ਵਾਪਸ ਆ ਰਹੇ ਸਨ। ਇਸ ਵਿੱਚ ਆਪਾਂ ਨੂੰ ਸਿਰਫ ਦੱਸਿਆ ਗਿਆ ਕਈ ਲੋਕ। ਕਈ ਦੇ ਵਿੱਚ 2 ਲੋਕ ਵੀ ਹੋ ਸਕਦੇ, 4 ਵੀ ਹੋ ਸਕਦੇ, 5 ਵੀ ਹੋ ਸਕਦੇ ਆ, ਇਸ ਤੋਂ ਜ਼ਿਆਦਾ ਵੀ ਹੋ ਸਕਦੇ ਆ। ਇਸ ਲਈ ਇਹ ਕੀ ਹੈ? ਅਨਿਸ਼ਚਿਤ। ਇਸ ਵਿੱਚ ਆਪਾਂ ਨੂੰ ਕਿਸੇ ਚੀਜ਼ ਬਾਰੇ ਨਿਸ਼ਚਿਤ ਤੌਰ 'ਤੇ ਨਹੀਂ ਪਤਾ ਹੈ। ਸਭ ਜਾਣਦੇ ਹਨ ਕਿ ਪੜ੍ਹਨਾ ਚੰਗਾ ਕੰਮ ਹੈ। ਇਸ ਵਿੱਚ ਦੱਸਿਆ ਗਿਆ ਸਭ ਜਾਣਦੇ ਹਨ। ਸਭ ਦੇ ਵਿੱਚ ਇੱਕ ਕਲਾਸ ਵੀ ਆ ਸਕਦੀ ਹੈ, ਇੱਕ ਸਕੂਲ ਵੀ ਆ ਸਕਦਾ ਆ। ਇਸ ਵਿੱਚ ਆਪਾਂ ਸਭ ਦੇ ਵਿੱਚ 2 ਜਣੇ, 4 ਜਣੇ, 10 ਜਣੇ, 100 ਜਣੇ, 500 ਜਣੇ, ਕਿੰਨੇ ਜਣੇ ਵੀ ਆ ਸਕਦੇ ਆ। ਇਸ ਵਿੱਚ ਆਪਾਂ ਨੂੰ ਇੱਕ ਨਿਸ਼ਚਿਤ ਗਿਣਤੀ ਨਹੀਂ ਦਿੱਤੀ ਗਈ। ਇਸ ਲਈ ਆਪਾਂ ਇਸ ਨੂੰ ਕੀ ਕਹਾਂਗੇ? ਅਨਿਸ਼ਚਿਤ ਪੜ੍ਹਨਾਂਵ। ਇਸ ਦੁਨੀਆ ਵਿੱਚ ਅਨੇਕ ਅਨਪੜ੍ਹ ਹਨ। ਇਸ ਵਿੱਚ ਕੀ ਸ਼ਬਦ ਵਰਤਿਆ ਗਿਆ ਹੈ? ਅਨੇਕ। ਅਨੇਕ ਦਾ ਮਤਲਬ ਕੀ ਹੈ? ਬਹੁਤ ਸਾਰੇ। ਇਸ ਵਿੱਚ ਜਿਹੜਾ ਬਹੁਤ ਸਾਰੇ ਹੈ ਉਸ ਵਿੱਚ ਆਪਾਂ ਨੂੰ ਗਿਣਤੀ ਨਹੀਂ ਦੱਸੀ ਗਈ, ਖਾਸ ਤੌਰ 'ਤੇ ਆਪਾਂ ਨੂੰ ਗਿਣਤੀ ਨਹੀਂ ਦੱਸੀ ਗਈ। ਇਸ ਲਈ ਆਪਾਂ ਇਸ ਨੂੰ ਕੀ ਕਹਾਂਗੇ? ਅਨਿਸ਼ਚਿਤ ਪੜ੍ਹਨਾਂਵ। ਇਹਨਾਂ ਵਾਕਾਂ ਵਿੱਚ ਸ਼ਬਦ ਕਈ, ਸਭ ਅਤੇ ਅਨੇਕ ਅਨਿਸ਼ਚਿਤ ਪੜ੍ਹਨਾਂਵ ਹਨ। ਧੰਨਵਾਦ।